ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਵਿਚਾਰ ਲੜੀ ਚੱਲ ਰਹੀ ਹੈ ਸੂਰਜ ਪ੍ਰਕਾਸ਼ ਗ੍ਰੰਥ ਦੇ ਉੱਪਰ। ਪਿਛਲੀਆਂ ਦੋ ਵੀਡੀਓ ਵਿੱਚ ਅਸੀਂ ਇਹ ਜਾਣਿਆ ਸੀ ਕਿ ਕਿਵੇਂ ਇਸ ਗ੍ਰੰਥ ਦਾ ਲਿਖਾਰੀ ਕਵੀ ਸੰਤੋਖ ਸਿੰਘ ਸਿੱਖਾਂ ਦੇ ਇੱਕ ਐਸੇ ਬਿੰਦੂ 'ਤੇ ਸੱਟ ਮਾਰ ਰਿਹਾ ਜੋ ਕਿ ਹੁਣ ਤੱਕ ਸਿੱਖੀ ਵਿੱਚ ਇਵੇਂ ਪ੍ਰਚਾਰਿਆ ਜਾ ਰਿਹਾ ਸੀ ਕਿ ਅਗਰ ਉਸ ਚੀਜ਼ ਦੀ ਘਾਟ ਹੋ ਜਾਵੇ ਤਾਂ ਸਿੱਖੀ ਦੀ ਪਛਾਣ ਖਤਮ ਹੋ ਜਾਂਦੀ। ਮੇਰੇ ਕਹਿਣ ਤੋਂ ਭਾਵ ਹੈ ਕਿ ਇਸ ਗੁਰੂ ਦੀ ਮੋਹਰ ਹਨ ਔਰ ਅਸੀਂ ਇਹ ਇਤਿਹਾਸ ਵਿੱਚ ਪੜ੍ਹਦੇ ਸੁਣਦੇ ਹਾਂ ਕਿ ਸਿੱਖਾਂ ਨੇ ਆਪਣੇ ਸਰੀਰ ਦੀ ਕੁਰਬਾਨੀ ਤਾਂ ਦੇ ਦਿੱਤੀ, ਸ਼ਹੀਦੀ ਤਾਂ ਪ੍ਰਾਪਤ ਕਰ ਲਈ, ਪਰ ਉਹਨਾਂ ਨੇ ਕੇਸਾਂ ਨੂੰ ਨਹੀਂ ਕੱਟਣ ਦਿੱਤਾ, ਕੇਸ ਨਹੀਂ ਕਟਵਾਏ। ਪਰ ਇਸ ਲਿਖਾਰੀ ਦਾ ਕਰਤਾ, ਇਸ ਗ੍ਰੰਥ ਦਾ ਲਿਖਾਰੀ ਜੋ ਹੈ ਉਹ ਕੁਝ ਹੋਰ ਹੀ ਬਿਆਨ ਕਰ ਰਿਹਾ। ਅੱਜ ਜਿਹੜਾ ਅਸੀਂ ਇਤਿਹਾਸ ਲੜੀ ਲਈ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੀ ਹੈ। ਡਾਕਟਰ ਅਜੀਤ ਸਿੰਘ ਔਲਖ ਨੇ ਜੋ ਇਸ ਗ੍ਰੰਥ ਦਾ ਅਰਥਾਂ ਸਮੇਤ ਪ੍ਰਕਾਸ਼ਨ ਕਰਵਾਇਆ ਹੈ ਉਸ ਦੀ ਪੋਥੀ ਨੰਬਰ 10 ਹੈ ਅਤੇ ਪੰਨਾ ਨੰਬਰ ਜੋ ਹੈ ਉਹ 371 ਤੋਂ ਲੈ ਕੇ 373 ਪੰਨੇ ਤੱਕ ਅਸੀਂ ਅੱਜ ਵਿਚਾਰ ਕਰਾਂਗੇ। ਇਹ ਉਹਨਾਂ ਵੀਰਾਂ ਲਈ ਜਿਹੜੇ ਰੈਫਰ ਕਰਨਾ ਚਾਹੁੰਦੇ ਨੇ ਕਿ ਜੋ ਮੈਂ ਕਹਿ ਰਿਹਾ ਇਹ ਕਿਤੇ ਗੱਪ ਤਾਂ ਨਹੀਂ, ਝੂਠ ਤਾਂ ਨਹੀਂ, ਐਵੇਂ ਮੈਂ ਕੋਲੋਂ ਤਾਂ ਨਹੀਂ ਬਣਾ ਰਿਹਾ। ਤੋ ਅਸੀਂ ਪੜ੍ਹਦੇ ਹਾਂ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਖਾਲਸਾ ਪੰਥ ਪ੍ਰਗਟ ਹੋ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਜੋ ਹੈ ਸਜਿਆ ਹੋਇਆ ਹੈ। ਆਓ ਅਸੀਂ ਸਾਰੀ ਕਹਾਣੀ ਇਸ ਗ੍ਰੰਥ ਵਿੱਚੋਂ ਪੜ੍ਹਦੇ ਹਾਂ। ਇੱਕ ਦਿਨ ਗੁਰੂ ਜੀ ਬੈਠੇ ਸਨ ਅਤੇ ਦੀਵਾਨ ਲੱਗਾ ਸੀ। ਚਤੁਰ ਭਾਈ ਰਾਮ ਕੌਰ ਜੀ ਵੀ ਗੁਰੂ ਜੀ ਦੇ ਲਾਗੇ ਬੈਠੇ ਸਨ। ਮੈਂ ਪਹਿਲਾਂ ਦੱਸ ਦੇਵਾਂ, ਇਸ ਭਾਈ ਰਾਮ ਕੌਰ ਨੂੰ ਸਿੱਖ ਲੋਕ ਜੋ ਸਾਡੇ ਵਿਦਵਾਨ ਨੇ ਜਾਂ ਕਥਾਵਾਚਕ ਨੇ, ਜਿੰਨੇ ਵੀ ਧਰਮ ਖੇਤਰ ਦੇ ਲੋਕ ਹਨ, ਉਹ ਰਾਮ ਕੌਰ ਨੂੰ ਇੰਨਾ ਵੱਡਾ ਵਡਾਵਾ ਦਿੰਦੇ ਹੈ ਕਿ ਉਹ ਬਹੁਤ ਮਹਾਨ ਸਿੱਖ ਸਨ। ਜੇ ਅੰਤ ਦੀ ਗੱਲ ਕਰ ਦਈਏ ਤਾਂ ਕਵੀ ਸੰਤੋਖ ਸਿੰਘ ਨੇ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸ ਤੋਂ ਇਲਾਵਾ ਬਾਕੀ 9 ਗੁਰੂ ਸਾਹਿਬਾਨ ਦਾ ਇਤਿਹਾਸ ਲਿਖਿਆ ਹੈ, ਉਸ ਦਾ ਕਹਿਣਾ ਇਹ ਹੈ ਕਿ ਉਸਨੇ ਇਹ ਸਾਰੇ ਗ੍ਰੰਥ, ਸਾਰਾ ਇਤਿਹਾਸ ਜੋ ਹੈ ਭਾਈ ਰਾਮ ਕੌਰ ਤੋਂ ਸੁਣ ਕੇ ਲਿਖਿਆ ਹੈ। ਜੋ ਉਹਨਾਂ ਨੇ ਦੱਸਿਆ ਹੈ ਉਹੀ ਇਹਨਾਂ ਲਿਖਿਆ ਹੈ। ਭਾਵ ਇਸ ਭਾਈ ਰਾਮ ਕੌਰ ਨੂੰ ਐਡੀ ਵੱਡੀ ਵਡਿਆਈ ਦੇ ਰਹੇ ਹਨ। ਥੋੜ੍ਹਾ ਜਿਹਾ ਹੋਰ ਦੱਸ ਦੇਵਾਂ ਕਿ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਹੋਏ ਹਨ, ਜਿਹੜੇ ਉਸ ਸਮੇਂ ਚੜ੍ਹਾਈ ਕਰ ਗਏ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਭਾਵ ਸੰਨ 1675 ਈਸਵੀ ਨੂੰ। ਉਸ ਵੇਲੇ ਭਾਈ ਰਾਮ ਕੌਰ ਸਿਰਫ 3 ਸਾਲ ਦੇ ਸਨ ਔਰ ਇਹਨਾਂ ਦਾ ਸਾਰਾ ਸਮਾਂ ਜਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਵਿਖੇ ਰਹੇ ਇਹ ਗੁਰੂ ਦਰਬਾਰ ਵਿੱਚ ਹੀ ਗੁਜ਼ਰਿਆ। ਅਤੇ ਆਓ ਅਸੀਂ ਕਹਾਣੀ ਪੜ੍ਹਦੇ ਹਾਂ, ਸੁਣਦੇ ਹਾਂ ਵੀ ਗੱਲ ਕੀ ਹੈ। ਕਿ ਦੀਵਾਨ ਲੱਗਾ ਹੋਇਆ ਸੀ ਅਤੇ ਭਾਈ ਰਾਮ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਦਰਬਾਰ ਵਿੱਚ ਬੈਠੇ ਸਨ। ਖਾਲਸਾ ਤਦ 4 ਚੁਫੇਰੇ ਬੈਠਾ ਸੀ। ਸਾਰੇ ਸਿੱਖ ਦਰਸ਼ਨ ਕਰਕੇ ਆਨੰਦ ਲੈ ਰਹੇ ਸਨ। ਸਾਰਿਆਂ ਨੇ ਮਨ ਵਿੱਚ ਜਾਣਿਆ ਬਾਬਾ ਬੁੱਢਾ ਜੀ ਦੇ ਵੰਸ਼ ਤੇ ਗੁਰੂ ਜੀ ਦੀ ਸਦਾ ਬਹੁਤ ਖੁਸ਼ ਰਹਿੰਦੇ ਹਨ। ਜਦ ਸੰਗਤ ਚੱਲ ਕੇ ਆਉਂਦੀ ਸੀ ਉਪਹਾਰ ਅਰਪਣ ਕਰਕੇ ਦਰਸ਼ਨ ਪਾਉਂਦੀ ਸੀ। ਤਦ ਕਲਗੀਧਰ ਜੀ ਉਪਦੇਸ਼ ਦਿੰਦੇ ਸਨ
कछ पहनो ते सिर ते केस रखो, खंडे दी पौल दा अमृत छको, रहत सहत हो के शस्त्र रखो। कई सिंह विचारते रहंदे सन कि बाबा बुढ़ा जी दे वंश नूं गुरु जी सिंह सजन वास्ते क्यों नहीं कहते। इन्हां ने सिर उपर केस नहीं रखवाए हन, ये चीरा पहनते हन, इन्हां नूं नहीं हटाया गया है। तद पुछण दा समा जान के सारे सिंह हथ जोड़ के बोले, सतगुरु जी, भाई राम कौर जी गुरु घर दे प्रधान सिख हन, तुसी अपने मुख तो इन्हां दी बहुत महिमा करते हो। आप जी दी इन्हां उपर विशाल खुशी हुंदी है, ये भी सारी रीत नूं वेखदे हन। भाई राम कौर जी विशेष सिख हन, ये सिर उत्ते केस धारण क्यों नहीं करते हन। ਇਹ ਸਿੱਖਾਂ ਨੇ ਗੁਰੂ ਜੀ ਨੂੰ ਸਵਾਲ ਕੀਤਾ। ਹੁਣ ਇੱਥੇ ਜਿਹੜੀ ਵਿਚਾਰਨ ਵਾਲੀ ਗੱਲ ਅਸੀਂ ਵਿਚਾਰਨੀ ਹੈ ਕਿ ਇਹ ਕਵੀ ਸੰਤੋਖ ਸਿੰਘ ਕਿੰਨੀ ਡੂੰਘੀ ਚਾਲ ਚੱਲਦਾ ਹੈ, ਕਿੰਨੀ ਡੂੰਘੀ ਕਹਾਣੀ ਘੜਦਾ ਹੈ, ਸਾਜ਼ਿਸ਼ ਜੋ ਹੈ ਰਚਦਾ ਹੈ। ਸਿੱਖੀ ਦੇ ਆਧਾਰ ਉੱਤੇ, ਸਿੱਖੀ ਦੀ ਮੋਹਰ ਉੱਤੇ ਇਹ ਸੱਟ ਮਾਰ ਰਿਹਾ ਔਰ ਸਹਾਰਾ ਕਿਹਦਾ ਲੈ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ, ਗੁਰੂ ਗੋਬਿੰਦ ਸਿੰਘ ਜੀ ਦੇ ਖਾਸ ਦਰਬਾਰੀ, ਖਾਸ ਨਿਕਟਵਰਤੀ ਬਾਬਾ ਬੁੱਢਾ ਜੀ ਦੀ ਕੁਲ ਵਿੱਚੋਂ ਭਾਈ ਰਾਮ ਕੌਰ ਜੀ ਕੇਸਾਂ ਧਾਰੀ ਨਹੀਂ ਸਨ ਔਰ ਉਹ ਇੱਕ ਬਹੁਤ ਮਹਾਨ ਸਿੱਖ ਸਨ। ਹੁਣ ਗੱਲ ਸਮਝਣ ਵਾਲੀ ਇਹ ਹੈ ਕਿ ਜੇਕਰ ਮਹਾਨ ਸਿੱਖ ਗੁਰੂ ਸਾਹਿਬ ਦੇ ਹੁੰਦਿਆਂ ਹੋਇਆਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਹਾਨ ਸਿੱਖ ਹੋਣ ਦਾ ਸਤਿਕਾਰ ਇੱਕ ਐਸੇ ਇਨਸਾਨ ਨੂੰ ਮਿਲ ਸਕਦਾ ਹੈ ਜਿਹੜਾ ਸਿਰ ਦੇ ਵਾਲ ਕਟਵਾਉਂਦਾ ਹੈ, ਤਾਂ ਤੁਸੀਂ ਸਮਝ ਸਕਦੇ ਹੋ ਫਿਰ ਅਸੀਂ ਕਿਵੇਂ ਕਹਾਣੀਆਂ ਸੁਣਾਉਂਦੇ ਹਾਂ ਕਿ ਸਿੱਖਾਂ ਨੇ ਆਪਣੇ ਸਰੀਰ ਦੀ ਕੁਰਬਾਨੀ, ਸ਼ਹਾਦਤਾਂ ਪ੍ਰਾਪਤ ਕਰ ਲਈ ਪਰ ਕੇਸਾਂ ਨੂੰ ਕੱਟਣ ਨਹੀਂ ਦਿੱਤਾ। ਕੇਸ ਕਟਵਾਉਣੇ ਨਾ ਮੰਨੇ ਸਿੱਖ। ਕਮਾਲ ਦੀ ਗੱਲ ਨਹੀਂ ਵੀ ਗੁਰੂ ਸਾਹਿਬ ਦੇ ਦਰਬਾਰ ਵਿੱਚ ਅਨੰਨ ਸਿੱਖ, ਮਹਾਨ ਸਿੱਖ ਬੈਠਾ ਹੈ, ਭਾਈ ਰਾਮ ਕੌਰ, ਉਸਨੇ ਵਾਲ ਕਟਵਾਏ ਹੋਏ ਨੇ ਤੇ ਅਸੀਂ ਸਿੱਖ ਰਹਿਤ ਮਰਜ਼ਾਦਾ ਵਿੱਚ ਇਹ ਲਿਖਦੇ ਹਾਂ ਕਿ ਜੇ ਕੋਈ ਵਾਲਾਂ ਦੀ ਬੇਅਦਬੀ ਕਰਦਾ, ਕੇਸ ਕਟਵਾਉਂਦਾ ਹੈ ਤਾਂ ਉਹ ਬੰਦਾ ਪਤਿਤ ਹੋ ਜਾਂਦਾ, ਪੰਥ ਤੋਂ ਬੇਦਖਲ ਹੋ ਜਾਂਦਾ, ਉਸ ਨੂੰ ਦੁਬਾਰਾ ਖੰਡੇ ਦੀ ਪੌਲ ਲੈਣੀ ਪਊ ਜੇ ਪੰਥ ਵਿੱਚ ਦਾਖਲ ਹੋਣਾ ਹੈ। ਇਹ ਵੱਜਰ ਕੁਰਹਿਤਾਂ ਵਿੱਚ ਇੱਕ ਕੁਰਹਿਤ ਹੈ, ਪਰ ਸੂਰਜ ਪ੍ਰਕਾਸ਼ ਗ੍ਰੰਥ ਦਾ ਕਰਤਾ ਕਿਵੇਂ ਸਾਨੂੰ ਸਾਡੀ ਜੜ੍ਹ ਨੂੰ ਉਖਾੜ ਰਿਹਾ, ਜੜ੍ਹ ਨੂੰ ਪੁੱਟ ਨਹੀਂ ਰਿਹਾ, ਉਹ ਜੜੀ ਤੇਲ ਦੇ ਰਿਹਾ। ਕਿਉਂਕਿ ਜੜ੍ਹ ਪੁੱਟੋ ਨਾ ਤਾਂ ਕੋਈ ਨਾ ਕੋਈ ਜੜ੍ਹ ਰਹਿ ਜਾਂਦੀ ਆ, ਬੂਟਾ ਫਿਰ ਹਰਾ ਹੋ ਜਾਂਦਾ। ਪਰ ਜੇ ਜੜੀ ਤੇਲ ਦੇ ਦਿਓ ਤੇ ਬੂਟਾ ਥੱਲਿਓਂ ਸੁੱਕਣਾ ਸ਼ੁਰੂ ਹੁੰਦਾ, ਸਾਰਾ ਸੁੱਕ ਕੇ ਢਹਿ ਢੇਰੀ ਹੋ ਜਾਂਦਾ। ਇਹ ਸਾਡੀ ਜੜ੍ਹ ਨੂੰ ਜੜੀ ਤੇਲ ਦੇ ਰਿਹਾ ਹੈ। ਇਹ ਸਾਰਿਆਂ ਦੇ ਮਨ ਵਿੱਚ ਸ਼ੰਕਾ ਰਹਿੰਦਾ ਹੈ। ਸਾਰਾ ਖਾਲਸਾ ਆਪ ਜੀ ਦਾ ਉੱਤਰ ਚਾਹੁੰਦਾ ਹੈ, ਮਤਲਬ ਸਵਾਲ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੂੰ। ਦਇਆ ਦੇ ਸਾਗਰ ਨੇ ਸਾਰਿਆਂ ਦੇ ਵਚਨ ਸੁਣ ਕੇ ਭਾਈ ਰਾਮ ਕੌਰ ਵੱਲ ਵੇਖਿਆ ਤੇ ਕੀ ਕਿਹਾ। ਮੁਸਕਰਾ ਕੇ ਗੁਰੂ ਜੀ ਨੇ ਵਚਨ ਕੀਤਾ, ਸਿੱਖ ਕੇਸ ਰੱਖਣਾ ਉਚਿਤ ਜਾਣਦੇ ਹਨ, ਇਹਨਾਂ ਦੇ ਸਿਰ ਉੱਪਰ ਵੀ ਵੱਡੇ ਕੇਸ ਹਨ, ਉਹ ਸਦਾ ਅੰਦਰਲੇ ਪਾਸੇ ਨੂੰ ਬਹੁਤ ਵੱਧਦੇ ਹਨ। ਆਹ ਨਵੀਂ ਇੱਕ ਥਿਊਰੀ ਜਿਹੜੀ ਕਿਸੇ ਮੈਡੀਕਲ ਸਾਇੰਸ ਵਿੱਚ ਨਹੀਂ ਹੈ, ਕੋਈ ਨਹੀਂ ਜਾਣਦਾ
ਇਹ ਕਵੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਵਿੱਚੋਂ ਕਢਵਾ ਰਿਹਾ ਕਿ ਬਾਹਰ ਵਾਲੇ ਕੇਸ ਤਾਂ ਇਹਨੇ ਕੱਟੇ ਹੋਏ ਨੇ, ਪਰ ਇਹਨਾਂ ਦੇ ਅੰਦਰ ਭਾਵ ਸਿਰ ਦੇ ਅੰਦਰ ਕੇਸ ਬਹੁਤ ਲੰਬੇ ਹਨ। ਕਮਾਲ ਦੀ ਗੱਲ ਹੈ। ਹੋਰਨਾਂ ਦੇ ਸਿਰਾਂ ਦੇ ਉੱਪਰ ਵੱਲ ਵੱਧਦੇ ਹਨ, ਜਿਹੜੇ ਸਾਰਿਆਂ ਨੂੰ ਜ਼ਾਹਰਾ ਰੂਪ ਵਿੱਚ ਦਿਖਾਈ ਦਿੰਦੇ ਹਨ। ਇਹਨਾਂ ਦੇ ਕੇਸ ਹਮੇਸ਼ਾ ਅੰਦਰ ਵੱਲ ਵੱਧਦੇ ਹਨ। ਇਸ ਦੇ ਥੱਲੇ ਵੱਲ ਬਹੁਤ ਲੰਮੇ ਲੰਮੇ ਕੇਸ ਹਨ, ਦਿਮਾਗ ਦੇ ਵਿੱਚ ਕਿਤੇ ਕੇਸ ਹਨ। ਕਿੰਨੀ ਸੋਹਣੀ ਇੱਕ ਇਹ ਬਹਾਨਾ ਦੇ ਰਿਹਾ ਅੱਜ ਸਿੱਖਾਂ ਨੂੰ ਵਾਲ ਕਟਵਾਉਣ ਦਾ। ਜੇ ਉਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਵਾਲ ਕਿਉਂ ਕੱਟੇ ਹਨ, ਤਾਂ ਉਹ ਕਹਿਣਗੇ ਭਾਈ ਤੁਹਾਨੂੰ ਨਹੀਂ ਪਤਾ, ਸਾਡੇ ਕੇਸ ਬਾਹਰ ਨਹੀਂ ਹਨ, ਉਹ ਸਾਡੇ ਅੰਦਰ ਹਨ। ਜੇ ਤੁਹਾਨੂੰ ਉਹ ਕੋਈ ਕਹੇ ਉਹਨਾਂ ਨੂੰ ਭਾਈ ਇਹ ਕਿਹੜੀ ਫਿਲਾਸਫੀ ਹੋਈ, ਇਹ ਕਿਹੜੀ ਮੈਡੀਕਲ ਸਾਇੰਸ ਹੋਈ ਜਿਹੜੇ ਤੁਹਾਡੇ ਕੇਸ ਅੰਦਰ ਹਨ, ਤਾਂ ਅਗਲਾ ਤੁਹਾਨੂੰ ਆ ਪੜ੍ਹ ਕੇ ਸੁਣਾ ਦੇਗਾ ਵੀ ਜਿਹੜਾ ਗ੍ਰੰਥ ਤੁਸੀਂ ਰੁਮਾਲੇ ਪਾ ਕੇ ਜਿਸ ਦੀ ਰੋਜ਼ ਕਥਾ ਕਰਦੇ ਹੋ, ਉਸ ਵਿੱਚ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਹਨ ਵੀ ਜਿਹੜੇ ਬਾਹਰੋਂ ਕੇਸ ਮੁਨਵਾ ਲੈਂਦੇ ਹਨ, ਕਟਵਾ ਲੈਂਦੇ ਹਨ, ਉਹ ਕਈਆਂ ਦੇ ਅੰਦਰ ਕੇਸ ਹੁੰਦੇ ਹਨ। ਤੁਹਾਨੂੰ ਹਾਲੇ ਤੱਕ ਪਤਾ ਹੀ ਨਹੀਂ ਹੈ। ਫਿਰ ਸਾਡੇ ਮੂੰਹ ਨੂੰ ਤਾਲਾ ਲੱਗ ਜਾਣਾ ਹੈ, ਇੱਦਾਂ ਵੀ ਲਿਖਿਆ ਹੋਇਆ, ਕਿਤੇ ਇੱਦਾਂ ਵੀ ਲਿਖਿਆ ਹੋਇਆ। ਇਹ ਤੁਹਾਨੂੰ ਮੈਂ ਅਰਥ ਕਰਕੇ ਸੁਣਾ ਰਿਹਾ ਜੋ ਕਵੀ ਸੰਤੋਖ ਸਿੰਘ ਨੇ ਲਿਖੇ ਹੋਏ ਨੇ। ਕੇਸਾਂ ਤੋਂ ਬਗੈਰ ਇਹ ਕਿਸ ਤਰ੍ਹਾਂ ਸਿੱਖ ਰਹਿ ਸਕਦੇ ਹਨ? ਭਵਿੱਖ ਵਿੱਚ ਕੁਝ ਸਮੇਂ ਬਾਅਦ ਕੇਸ ਰੱਖਣਗੇ ਤੇ ਸਿੰਘ ਸਜਣਗੇ। ਲਾ ਸੁਣ ਲਓ, ਇਹ ਕਿਵੇਂ ਕਵੀ ਦੋਗਲੀ ਗੱਲ ਕਰ ਰਿਹਾ। ਪਹਿਲਾਂ ਤਾਂ ਕਹਿ ਰਿਹਾ ਵੀ ਇਹਨਾਂ ਦੇ ਕੇਸ ਬਹੁਤ ਲੰਬੇ ਹਨ, ਅੰਦਰ ਨੂੰ ਹਨ। ਹੁਣ ਗੁਰੂ ਗੋਬਿੰਦ ਸਿੰਘ ਦੇ ਮੁਖ ਤੋਂ ਇਹ ਗੱਲ ਵੀ ਕਢਵਾਈ ਜਾ ਰਹੀ ਹੈ ਕਿ ਭਵਿੱਖ ਵਿੱਚ ਇਹ ਕੇਸ ਰੱਖਣਗੇ ਤੇ ਅੰਮ੍ਰਿਤ ਵੀ ਛਕਣਗੇ, ਖੰਡੇ ਦੀ ਪੌਲ ਵੀ ਲੈਣਗੇ। ਇਹਦਾ ਮਤਲਬ ਮੋਹਰ ਲਾ ਰਿਹਾ ਕਵੀ ਚੰਗੀ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਭਾਈ ਰਾਮ ਕੌਰ ਨੇ ਕੇਸ ਕਟਵਾਏ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਪਤਾ ਸੀ, ਉਹਨਾਂ ਦੀ ਪ੍ਰਵਾਨਗੀ ਸੀ, ਇੱਕ ਤਰ੍ਹਾਂ ਨਾਲ ਉਹਨਾਂ ਦੀ ਪ੍ਰਵਾਨਗੀ ਸੀ। ਇਸੇ ਕਰਕੇ ਤਾਂ ਅਨੰਦ ਸਿੱਖ ਹੋਏ ਨਾ ਗੁਰੂ ਗੋਬਿੰਦ ਸਿੰਘ ਜੀ ਦੇ। ਤੇ ਇਹ ਵੀ ਕਹਿ ਦਿੱਤਾ ਪਹਿਲਾਂ ਅੰਦਰ ਨੂੰ ਆ ਕੇਸ, ਹੁਣ ਕਹਿ ਦਿੱਤਾ ਕਿ ਬਾਅਦ ਵਿੱਚ ਕੇਸ ਰੱਖ ਲੈਣਗੇ। ਤੇ ਇਸ ਤਰ੍ਹਾਂ ਕਰਕੇ ਗੁਰੂ ਜੀ ਨੇ ਅੱਗੇ ਸਾਰੀ ਗੱਲ ਕਹੀ। ਅੰਦਾਜ਼ਾ ਲਾਈ ਜਾਓ ਕਿ ਇਹ ਕਵੀ ਹਰ ਮਨਮਤ, ਹਰ ਜੋ ਵਿਪਰੀਤ ਗੱਲ ਸਾਡੇ ਗੁਰੂ ਸਾਹਿਬਾਨ ਦੇ ਮੁਖ ਚੋਂ ਕਢਵਾ ਕੇ ਆਪ ਬਰੀ ਹੈ, ਆਪ ਸੇਫ ਹੈ। ਹਾਲਾਂਕਿ ਇਤਿਹਾਸ ਕਦੋਂ ਲਿਖ ਰਿਹਾ, ਇਹ ਗੱਲਾਂ ਕਦੋਂ ਦੀਆਂ ਨੇ? ਇਹ ਗੱਲਾਂ ਨੇ ਸਨ 1699 ਜਾਂ 1700 ਜਾਂ 1701 ਈਸਵੀ ਦੀ। ਤੇ ਕਵੀ ਸੰਤੋਖ ਸਿੰਘ ਇਹ ਗ੍ਰੰਥ ਲਿਖ ਰਿਹਾ ਹੈ, ਇਹ ਲਿਖ ਰਿਹਾ ਹੈ 1843 ਈਸਵੀ ਨੂੰ, ਭਾਵ 140-45 ਸਾਲ ਬਾਅਦ ਇਹ ਗ੍ਰੰਥ ਲਿਖ ਰਿਹਾ ਹੈ। ਔਰ ਇਹ ਗ੍ਰੰਥ ਲਿਖਣ ਦਾ ਆਧਾਰ ਵੀ ਕੀ ਦੱਸ ਰਿਹਾ? ਉਹੀ ਭਾਈ ਰਾਮ ਕੌਰ ਜਿਹੜਾ ਗੁਰੂ ਦੇ ਦਰਬਾਰ ਵਿੱਚ ਹੈ, ਉਸ ਦੀ ਕਥਾ ਸੁਣ ਕੇ ਹੀ ਗ੍ਰੰਥ ਲਿਖ ਰਿਹਾ। ਹਾਲਾਂਕਿ ਉਹ ਭਾਈ ਰਾਮ ਕੌਰ ਦਾ ਜਨਮ ਹੋਇਆ 1672 ਈਸਵੀ ਨੂੰ, ਤੇ ਉਹਨਾਂ ਦੀ ਮ੍ਰਿਤੂ ਹੋਈ ਹੈ ਸਨ 1761 ਈਸਵੀ ਨੂੰ, 99 ਸਾਲ ਦੀ ਉਮਰ ਵਿੱਚ। ਤੇ ਕਵੀ ਸੰਤੋਖ ਸਿੰਘ ਦਾ ਜਨਮ ਉਸ ਤੋਂ 27 ਸਾਲ ਬਾਅਦ ਵਿੱਚ ਹੁੰਦਾ ਹੈ, ਪਰ ਪਤਾ ਨਹੀਂ ਇਸ ਨੇ ਉਸ ਦੀ ਕਥਾ ਕਦੋਂ ਤੇ ਕਿੱਥੇ ਸੁਣ ਲਈ, ਜਿਹਨੂੰ ਸੁਣ ਕੇ ਇਸ ਨੇ ਸਾਰਾ ਇਤਿਹਾਸ ਲਿਖਿਆ ਹੈ। ਇਹ ਸਾਰਾ ਜੋ ਕਨਫਿਊਜ਼ਨ ਵਾਲਾ ਗੱਲਾਂ ਸਾਰੀਆਂ ਲਿਖ ਕੇ ਇਸ ਨੇ ਸਾਡੇ ਅੱਗੇ ਇਤਿਹਾਸ ਪਰੋਸ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਰਾਮ ਕੌਰ ਦੀ ਬਾਂਹ ਫੜ ਕੇ ਸਾਰਿਆਂ ਵਿੱਚ ਮਿੱਠੇ ਵਚਨ ਇਸ ਪ੍ਰਕਾਰ ਕਹੇ, ਜਿਹੜਾ ਮੇਰਾ ਸਰੂਪ ਹੈ ਸੋ ਤੇਰਾ ਸਰੂਪ ਹੈ। ਲਓ ਜੀ ਸੁਣ ਲਓ, ਗੁਰੂ ਗੋਬਿੰਦ ਸਿੰਘ ਜੀ ਭਾਈ ਰਾਮ ਕੌਰ ਨੂੰ ਕਹਿ ਰਹੇ ਨੇ ਜਿਹੜਾ ਮੇਰਾ ਸਰੂਪ ਹੈ
ਉਹ ਤੇਰਾ ਸਰੂਪ ਹੈ। ਭਾਵ ਤੂੰ ਸਾਬਤ ਸੂਰਤ ਹੈ ਔਰ ਜਿਹੜਾ ਤੇਰਾ ਸਰੂਪ ਹੈ ਉਹ ਮੇਰਾ ਸਰੂਪ ਹੈ। ਭਾਵ ਤੂੰ ਕੌਣ ਮੌਨ ਹੈ ਤੇ ਮੈਂ ਕੌਣ ਮੌਨ ਹੂੰ, ਤੇ ਤੂੰ ਸਾਬਤ ਸੂਰਤ ਹੈ ਕਿਉਂਕਿ ਮੇਰਾ ਸਰੂਪ ਤੇਰਾ ਸਰੂਪ ਹੈ। ਤੇਰਾ ਸਰੂਪ ਮਤਲਬ ਐਡੀ ਵੱਡੀ ਵਡਿਆਈ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਵਿੱਚੋਂ ਇਹ ਕਵੀ ਸੰਤੋਖ ਸਿੰਘ ਭਾਈ ਰਾਮ ਕੌਰ ਜੀ ਲਈ ਕਢਵਾ ਰਿਹਾ ਹੈ। ਦੁਬਾਰਾ ਫਿਰ ਸੁਣਦੇ ਹਾਂ। ਇਸ ਕਾਰਨ ਕਰਕੇ ਗੁਰੂ ਜੀ ਨੇ ਭਾਈ ਰਾਮ ਕੌਰ ਜੀ ਦੀ ਬਾਂਹ ਫੜ ਕੇ ਸਾਰਿਆਂ ਵਿੱਚ ਮਿੱਠੇ ਵਚਨ ਇਸ ਪ੍ਰਕਾਰ ਕਹੇ, ਜਿਹੜਾ ਮੇਰਾ ਸਰੂਪ ਹੈ ਸੋ ਤੇਰਾ ਸਰੂਪ ਹੈ, ਜਿਹੜਾ ਤੇਰਾ ਸਰੂਪ ਹੈ ਉਹ ਮੇਰਾ ਸਰੂਪ ਜਾਣੋ। ਅੱਗੇ ਸੁਣੋ, ਗੁਰੂ ਸਾਹਿਬ ਕਹਿ ਰਹੇ ਨੇ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਭਾਵ ਭਾਈ ਰਾਮ ਕੌਰ ਜਿਹੜਾ ਕੇਸਾਂ ਰਹਿਤ ਸੀ, ਕੇਸਾਂ ਤੋਂ ਬਿਨਾਂ ਸੀ, ਜਿਹਦੇ ਕੇਸ ਨਹੀਂ ਸਨ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਇੰਨੀ ਵਡਿਆਈ ਦੇ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਅਸਲ ਵਿੱਚ ਕੋਈ ਵਡਿਆਈ ਨਹੀਂ ਦੇ ਰਹੇ। ਇਹ ਕਵੀ ਦੀ ਚਾਲ ਹੈ। ਹਰ ਗੱਲ ਗੁਰੂ ਦੇ ਗੱਲ ਮੜ ਦਿਓ, ਗੁਰੂ ਦੇ ਸਿਰ ਪਾ ਦਿਓ। ਗੁਰੂ ਜੀ ਨੇ ਇੰਜ ਕਿਹਾ, ਗੁਰੂ ਜੀ ਨੇ ਇੰਜ ਕਿਹਾ। ਇਹ ਤਾਂ ਭਾਈ ਪੈਦਾ ਹੀ ਗੁਰੂ ਜੀ ਇਸ ਕਹਾਣੀ ਤੋਂ ਕੋਈ 100 ਸਾਲ ਬਾਅਦ ਪੈਦਾ ਹੋਇਆ, 90 ਸਾਲ ਬਾਅਦ, 20-25 ਸਾਲ ਦੀ ਉਮਰ ਨੂੰ ਉਮਰ ਵਿੱਚ ਸੋਝੀ ਆਈ ਹੋਏਗੀ। ਅਤੇ ਜਦੋਂ 40-45-50 ਸਾਲ ਦਾ ਹੋਇਆ ਉਦੋਂ ਇਸਨੇ ਗ੍ਰੰਥ ਲਿਖਿਆ। ਅਤੇ ਕਮਾਲ ਦੀ ਗੱਲ ਇਹ ਹੈ ਕਿ ਕਹਾਣੀਆਂ ਇੰਜ ਲਿਖ ਰਿਹਾ ਜਿਵੇਂ ਗੁਰੂ ਸਾਹਿਬ ਦੇ ਨਾਲ ਹੀ ਬੈਠਾ ਹੋਵੇ। ਸੋ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ, ਇੱਕ ਰੂਪ ਦੇ ਦੋ ਸਰੀਰ ਹਨ। ਜਿੱਦਾਂ ਕਹਿੰਦੇ ਨਾ ਦੋ ਸਰੀਰ ਇੱਕ ਜਾਨ। ਲਓ ਜੀ, ਭਾਈ ਰਾਮ ਕੌਰ ਜੀ ਨੂੰ ਐਡਾ ਮਹਾਨ ਡਿਗਰੀ ਮਿਲ ਗਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਰਾਮ ਕੌਰ ਸਰੀਰ ਦੋ ਸਨ ਪਰ ਜਾਨ ਇੱਕ ਸੀ। ਤੇ ਸਿੱਧਾ ਲਿਖ ਦਿੱਤਾ ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ, ਇੱਕ ਰੂਪ ਦੇ ਦੋ ਸਰੀਰ ਹਨ। ਹਰੀ ਤੇ ਅੱਗੇ ਉਹ ਕਹਾਣੀ ਗੁਰਮਤ ਦਾ ਵਿਧਾਨ ਜਿਹੜਾ ਹਰੀ ਤੇ ਹਰੀ ਜਨ ਦੋ ਜਿਵੇਂ ਇੱਕ ਹਨ। ਸ੍ਰੀ ਗੁਰੂ ਸਿੱਖ, ਸ੍ਰੀ ਗੁਰੂ ਗੁਰ ਸਿੱਖ, ਇਸ ਤਰ੍ਹਾਂ ਸਮਝੋ। ਸਿੱਖ ਤੇ ਗੁਰੂ ਇੱਕ ਸਮਝ ਲਓ। ਸਾਨੂੰ ਇੱਕਦਮ ਚੱਕਰ ਵਿੱਚ ਪਾ ਦਿੱਤਾ। ਤੇ ਹੁਣ ਜੇ ਇਹ ਗ੍ਰੰਥ ਸੱਚਾ ਸਹੀ ਹੈ, ਸਤਿਕਾਰਯੋਗ ਹੈ, ਫਿਰ ਖਾਲਸਾ ਜੀ ਕਿਉਂ ਐਵੇਂ ਰਹਿਤ ਮਰਜ਼ਾਦਾ ਬਣਾਈ ਜਿਹਦੇ ਵਿੱਚ ਲਿਖ ਦਿੱਤਾ ਜੇ ਸਿੱਖ ਕੇਸ ਕਤਲ ਕਰਵਾ ਲੈ ਉਹ ਪਤਤ ਹੋ ਜਾਂਦਾ, ਫਿਰ ਤਾਂ ਬਦਲਣੀ ਪਊਗੀ। ਜੇ ਉਹ ਸਹੀ ਹੈ, ਜੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਸਹੀ ਹੈ, ਉਹ ਇਤਿਹਾਸ ਸਹੀ ਹੈ, ਤੇ ਫਿਰ ਭਾਈ ਇਸ ਗ੍ਰੰਥ ਨੂੰ ਠੱਪ ਕੇ ਗੁਰਦੁਆਰੇ ਤੋਂ ਬਾਹਰ ਕਰਨਾ ਪਏਗਾ। ਕੁਝ ਨਾ ਕੁਝ ਤੇ ਕਰਨਾ ਪਏਗਾ। ਦੋਨੋਂ ਚੀਜ਼ਾਂ ਨਹੀਂ ਰਹਿਣੀਆਂ। ਮੈਨੂੰ ਛੋਟੀ ਜਿਹੀ ਕਹਾਣੀ ਯਾਦ ਆ ਗਈ। ਕਿਸੇ ਆਦਮੀ ਦੀ ਦੋ ਕੁੜੀਆਂ ਸਨ, ਉਹ ਦੋਨੋਂ ਇੱਕ ਪਿੰਡ ਵਿੱਚ ਵਿਆਹੀਆਂ ਗਈਆਂ। ਇੱਕ ਦਾ ਕੰਮ ਸੀ ਖੇਤੀਬਾੜੀ ਅਤੇ ਦੂਜੀ ਦਾ ਕੰਮ ਸੀ ਉਹ ਭਾਂਡੇ ਆਵਾ ਚਾੜ੍ਹਦੇ ਸੀ, ਭਾਂਡੇ ਬਣਾਉਂਦੇ ਸੀ। ਜਿਵੇਂ ਘੁਮਿਆਰ ਭਾਂਡੇ ਬਣਾਉਂਦਾ, ਉਹ ਦੂਜੀ ਕੋਲ ਜ਼ਮੀਨ ਸੀ, ਉਹ ਖੇਤੀ ਕਰਦੇ ਸਨ। ਇੱਕ ਦੇ ਘਰ ਗਿਆ, ਉਹ ਕਹਿੰਦੀ ਬਈ ਪਾਪਾ ਜੀ ਐਤਕੀ ਤਾਂ ਮੌਜਾਂ ਹੀ ਮੌਜਾਂ, ਬੜੀ ਗਰਮੀ ਪਈ, ਬੜੀ ਔੜ ਲੱਗੀ ਹੈ, ਬੜੇ ਆਵੇ ਚਾੜੇ, ਬੜੇ ਭਾਂਡੇ ਵੇਚੇ। ਜੇ ਐਵੇਂ ਹੀ ਔੜ ਲੱਗੀ ਰਹੇ ਤਾਂ ਭਾਈ ਫਿਰ ਤਾਂ ਮੌਜਾਂ ਹੀ ਮੌਜਾਂ, ਸਾਡੀ ਤਾਂ ਵਾਰੇ ਨਿਆਰੇ ਆ। ਦੂਜੀ ਕੁੜੀ ਵੱਲ ਗਿਆ, ਉਹ ਕਹਿੰਦੀ ਬਈ ਖੇਤੀ ਤਾਂ ਬੀਜੀ ਆ ਪਾਪਾ ਜੀ, ਪਰ ਹੁਣ ਮੀਂਹ ਜੇ ਪੈ ਜਾਏ ਤਾਂ ਫਿਰ ਵਾਰੇ ਨਿਆਰੇ ਹੀ ਆ। ਇੱਕ ਮੀਂਹ ਨਾ ਪੈਣ ਲਈ ਅਰਦਾਸ ਕਰ ਰਹੀ ਹੈ, ਔਰ ਦੂਜੀ ਮੀਂਹ ਪਾਉਣ ਲਈ ਅਰਦਾਸ ਕਰ ਲਈ। ਜਦੋਂ ਵਾਪਸ ਗਿਆ, ਘਰ ਵਾਲੀ ਪੁੱਛਦੀ ਕੁੜੀਆਂ ਦਾ ਕੀ ਹਾਲ ਹੈ, ਉਹ ਕਹਿੰਦਾ ਵੀ ਦੋਨਾਂ ਵਿੱਚੋਂ ਇੱਕ ਹੈ ਨਹੀਂ। ਉਹ ਬੜੀ ਹੈਰਾਨ ਹੋਈ ਵੀ ਇਹ ਆ ਤਾਂ ਨੋਰਮਲ ਹੀ ਰਿਹਾ, ਰੋਂਦਾ ਨਹੀਂ ਆਇਆ, ਪਰ ਕਹਿੰਦੇ ਦੋਨਾਂ 'ਚੋਂ ਇੱਕ ਹੈ ਨਹੀਂ। ਉਹ ਕਹਿੰਦਾ ਨਹੀਂ ਮਰੀਆਂ ਨਹੀਂ, ਪਰ ਮਰਨ ਵਾਲਾ ਹੀ ਕੰਮ ਆ। ਜੇ ਤਾਂ ਮੀਂਹ ਪੈ ਗਿਆ ਫਿਰ ਤਾਂ ਭਾਂਡਿਆਂ ਵਾਲੀ ਹੈ ਨਹੀਂ, ਅਤੇ ਜੇ ਮੀਂਹ ਨਾ ਪਿਆ ਫਿਰ ਟਾਂਡਿਆਂ ਵਾਲੀ, ਭਾਵ ਖੇਤੀ ਵਾਲੀ ਹੈ ਨਹੀਂ। ਤੋ ਐਸਾ ਹੀ ਹੈ ਗੱਲ ਵੀ ਦੋਨਾਂ 'ਚੋਂ ਇੱਕ ਰਹਿਣਾ। ਜਾਂ ਤਾਂ ਇਹ ਸੂਰਜ ਪ੍ਰਕਾਸ਼ ਗ੍ਰੰਥ ਰੱਖ ਲਓ, ਜਾਂ ਫਿਰ ਸਿੱਖੀ ਰੱਖ ਲਓ, ਸਿੱਖ ਰਹਿਤ ਮਰਜ਼ਾਦਾ ਰੱਖ ਲਓ, ਜਾਂ ਭਾਈ ਤਾਰੂ ਸਿੰਘ ਦਾ ਇਤਿਹਾਸ ਰੱਖ ਲਓ, ਜਾਂ ਜਿਹੜੀ ਅੱਜ ਅਸੀਂ ਸਿੱਖੀ ਪ੍ਰਚਾਰਦੇ ਹਾਂ
कि सिक्खी केसां सवासां संग निवे। रोज़ सिख अरदास करदा दो वेले, सिक्खी केसां सवासां संग निवे। केसां सवासां संग, पर आ जिहड़ा ग्रंथ है ਇਹ तीजी, ਇਹ जे ग्रंथ की तीजी कहानी मैं सुना रहा, जिहदे विच कवि सिद्ध कर रहा भी केस रखो ना रखो गुरु नानक दी सिक्खी विच इहदा कोई खास महत्व नहीं है। तो आओ असी अगे समझते हाँ कि गुरु साहब की कह रहे हैं। जे इन्हां विच भेद समझदे हो तां तुसी परम रहस्य नूं नहीं जाणदे हो। तुसी सिखां दे सिर मोर हो, तुहाडी कोई भी बराबरी नहीं कर सकदा है। भाव राम कोयल जी जिन्हां ने केस कटवाए होए सन, गुरु गोबिंद सिंह जी दे मुख विचों ये कवि ये कढवा रहा है कि भई तुसी सिखां दे सिर मोर हो, सिखां दे मुखी हो, तेरे मेरे विच कोई फर्क नहीं, असी शरीर दो हाँ जान एक है। ए कवि गुरु गोबिंद सिंह जी दे मुख तो ये गल कढवा रहा। तुसी सदा एक रस ज्ञान दे आनंद विच रहिंदे हो, तुरिया पदवी विच स्थित तुसी जगत वास्ते वंदना जोग हो। भाव तुहाडी पूजा होनी चाहिदी है, वंदना जोग हो। इस प्रकार कह के बहुत वडियाई कीती ते सारे खालसे नूं सुनाई। ते हुण इस कहानी दा जिहड़ा तत्त है तुसीं आप ही करके देख लेना कि ये कवि असल विच कहना की चाहुंदा है। आपां पहली कहानी देखी सी जिस विच सिख ने अपने केसां नूं कटवा के रस्सी बना के बाजार विच वेच दिता सी, ਤਾਂ ਉਹਦੇ ਪੈਸੇ ਵਟ ਕੇ ਜਿਹੜੇ ਪੈਸੇ ਲਿਆਇਆ ਸੀ ਗੁਰੂ ਨਾਨਕ ਪਾਤਸ਼ਾਹ ਨੂੰ ਉਸਨੇ ਭੋਜਨ ਛਕਾਇਆ ਸੀ। ਇਹ ਪੋਥੀ ਨੰਬਰ 2 ਦੇ ਵਿੱਚੋਂ ਅਸੀਂ ਇਹ ਕਹਾਣੀ ਪੜ੍ਹੀ ਸੀ। ਜਦੋਂ ਸਿੱਖਾਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਵੀ ਲਿਖਾਰੀ ਤੂੰ ਗਲਤ ਬੋਲ ਰਿਹਾ, ਇਹਦਾ ਸਿਸਟਮ ਲਿਖਣ ਦਾ ਕੀ ਸੀ, ਇਹ ਪਹਿਲਾਂ ਇਤਿਹਾਸ ਲਿਖਦਾ ਸੀ, ਖਰੜਾ ਜਦੋਂ ਬਣ ਜਾਂਦਾ ਸੀ ਉਦੋਂ ਬਾਅਦ ਵਿੱਚ ਇਹ ਉਸ ਦੀ ਕਥਾ ਕਰਿਆ ਕਰਦਾ ਸੀ। ਇਹ ਸਭ ਕੁਝ ਇਸੇ ਗ੍ਰੰਥ ਵਿੱਚ ਲਿਖਿਆ ਹੋਇਆ। ਤੇ ਜਦੋਂ ਸੰਗਤਾਂ ਬਹੁਤ ਆਨੰਦ ਨਾਲ ਸੁਣਦੀਆਂ ਸਨ, ਇਸ ਨੂੰ ਕਲੀਅਰ ਹੋ ਜਾਂਦਾ ਸੀ ਵੀ ਸਿੱਖ ਸਭ ਸੁੱਤੇ ਪਏ ਨੇ, ਇਹਨਾਂ ਨੂੰ ਜੋ ਮਰਜ਼ੀ ਸੁਣਾਈ ਜਾਓ, ਇਹ ਨਹੀਂ ਵਾਹਿਗੁਰੂ ਕਹਿ ਕੇ ਲੰਗਰ ਛਕਣਾ ਦੇ ਘਰਾਂ ਨੂੰ ਚਲੇ ਜਾਣਾ। ਕੋਈ ਆਬਜੈਕਸ਼ਨ ਨਾ ਹੋਇਆ। ਫਿਰ ਦੂਜੀ ਗੱਲ ਇਹਨਾਂ ਨੇ ਇਸ ਨੇ ਗੁਰੂ ਅਰਜਨ ਦੇਵ ਜੀ ਦੇ ਮੁਖ ਵਿੱਚੋਂ ਕਢਵਾਈ ਕਿ ਭਾਈ ਜਿਹੜਾ ਸੱਤੇ ਤੇ ਬਲਵੰਡ ਨੂੰ ਬਖਸ਼ਾਉਣ ਆਏਗਾ ਉਸ ਦੇ ਅਸੀਂ ਕੇਸ ਕਟਵਾਵਾਂਗੇ। ਉਦੋਂ ਵੀ ਸਿੱਖ ਚੁੱਪ ਰਹੇ, ਕੁਛ ਨਹੀਂ ਬੋਲੇ। ਹੁਣ ਇਹਨੂੰ ਸਮਝ ਆ ਗਈ ਭਾਈ ਇਹਨਾਂ ਨੇ ਸੋਚਣ ਵਾਲਾ ਖਾਨਾ ਤੇ ਖਾਲੀ ਰੱਖਿਆ ਹੋਇਆ, ਸੋਚਣਾ ਤੇ ਹੈ ਹੀ ਨਹੀਂ। ਹੁਣ ਇਸ ਲਿਖਾਰੀ ਨੇ ਭਾਈ ਰਾਮ ਕੋਇਰ ਜੀ ਦੇ ਕੇਸ ਜਾਂ ਤਾਂ ਨਕਲੀ ਕਤਲ ਕਰਵਾਏ ਜਾਂ ਵਾਕਿਆ ਹੀ ਉਹਨਾਂ ਦੇ ਕੇਸ ਨਹੀਂ ਸਨ। ਹੁਣ ਇਹ ਮੈਂ ਨਹੀਂ ਦੱਸ ਸਕਦਾ, ਮੈਂ ਇਸ ਦੇ ਇਤਿਹਾਸ ਵਿੱਚੋਂ ਹੀ ਬਿਆਨ ਕਰਦਾ ਕਿ ਭਾਈ ਇਹ ਕਹਿੰਦਾ ਉਹਦੇ ਕੇਸ ਨਹੀਂ ਸਨ। ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਐਡਾ ਅਨੰਨ ਐਡਾ ਪੱਕਾ ਸਿੱਖ ਸੀ। ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਜੀ ਨਾਲੋਂ ਜ਼ਿਆਦਾ ਪਿਆਰ ਕਰਦੇ ਸਨ। ਜਦੋਂ ਕੋਈ ਇੱਥੋਂ ਤੱਕ ਕਹਿ ਦੇਵੇ ਕਿ ਅਸੀਂ ਸਰੀਰ ਦੋ ਹਾਂ ਤੇ ਪਰ ਜਾਨ ਇੱਕ ਹੈ, ਤਾਂ ਅੰਦਾਜ਼ਾ ਲਗਾਓ ਕਿ ਉਸ ਨੂੰ ਕਿੱਡੀ ਮਹਾਨਤਾ ਬਖਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਹੁਣ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਕਿ ਸਿੱਖਾਂ ਨੇ ਆਪ ਸੋਚਣਾ ਕਿ ਐਸੀ ਲਿਖਾਰੀ ਦੀ ਲਿਖਤ ਔਰ ਇਹ ਸਾਰਾ ਇਤਿਹਾਸ ਜਿਹੜਾ ਇਸ ਨੇ ਲਿਖਿਆ ਕਵੀ ਸੰਤੋਖ ਸਿੰਘ ਨੇ, ਉਹ ਲਿਖਿਆ ਇਸ ਆਧਾਰ 'ਤੇ ਰਾਮ ਕੌਰ ਜੀ ਦੇ ਇਤਿਹਾਸ 'ਤੇ ਇਹਦੀ ਕਥਾ ਸੁਣ ਕੇ ਉਹ ਵੀ ਨਿਰਾ ਝੂਠ ਹੈ, ਪਰ ਕਹਿੰਦੇ ਲਿਖਿਆ ਅਤੇ ਮੰਨਣਾ ਪੈਣਾ ਲਿਖਿਆ। ਪਰ ਆਹ ਕੁਝ ਤੁਹਾਡੇ ਸਾਹਮਣੇ ਆ। ਇਸ ਅਨੁਸਾਰ ਸੂਰਜ ਪ੍ਰਕਾਸ਼ ਗ੍ਰੰਥ ਅਨੁਸਾਰ ਕੇਸਾਂ ਦੀ ਸਿੱਖੀ ਵਿੱਚ ਕੋਈ ਅਹਿਮੀਅਤ ਨਹੀਂ ਹੈ। ਕੇਸ ਰੱਖਣੇ ਰੱਖੋ, ਨਹੀਂ ਰੱਖਣੇ ਨਾ ਰੱਖੋ। ਮੈਂ ਨਹੀਂ ਕਹਿੰਦਾ, ਮੈਨੂੰ ਤਾਂ ਪਤਾ ਕੇਸ ਗੁਰੂ ਦੀ ਮੋਹਰ ਹਨ, ਇਹ ਸਾਡੀ ਪਛਾਣ ਹਨ।
ਇਹ ਸਾਡੇ ਲਈ ਜ਼ਰੂਰੀ ਹਨ। ਮੈਂ ਨਹੀਂ ਕਹਿੰਦਾ, ਇਹ ਕਵੀ ਸੰਤੋਖ ਸਿੰਘ ਦਾ ਦੱਸ ਰਿਹਾ ਵੀ ਉਹ ਕਹਿੰਦਾ ਕੋਈ ਜ਼ਰੂਰੀ ਨਹੀਂ ਹਨ। ਕਿਉਂਕਿ ਦੇਖੋ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਕੁਛ ਨਹੀਂ ਕਿਹਾ ਜਦੋਂ ਵਾਲ ਕਟਵਾ ਕੇ ਆਇਆ, ਕੋਈ ਆਬਜੈਕਸ਼ਨ ਨਹੀਂ ਲਿਖਿਆ ਕਹਾਣੀ 'ਚ। ਗੁਰੂ ਅਰਜਨ ਪਾਤਸ਼ਾਹ ਆਪ ਕਹਿ ਰਹੇ ਵੀ ਵਾਲ ਕਟਵਾਵਾਂਗੇ। ਹੁਣ ਦੇਖੋ ਇਸਨੇ ਟੇਢੇ ਢੰਗ ਨਾਲ ਜ਼ਕਰੀਆ ਖਾਨ ਤੇ ਗੁਰੂ ਪੰਚਮ ਪਾਤਸ਼ਾਹ, ਜ਼ਕਰੀਆ ਖਾਨ ਕੀ ਕਹਿੰਦਾ ਸੀ ਵੀ ਸਿੱਖ ਦੇ ਕੇਸ ਕੱਟੋ, ਇਸ ਨੂੰ ਮੁਸਲਮਾਨ ਬਣਾ ਲਓ। ਭਾਈ ਤਾਰੂ ਸਿੰਘ ਮੁਸਲਮਾਨ ਬਣਨ ਨਹੀਂ ਬਣਿਆ, ਕੇਸ ਕਟਵਾਉਣ ਲਈ ਨਹੀਂ ਮੰਨਿਆ। ਉਧਰ ਪੰਚਮ ਪਾਤਸ਼ਾਹ ਦੇ ਮੁਖ ਚੋਂ ਇਹ ਕਢਵਾ ਰਿਹਾ ਕਿ ਜਿਹੜਾ ਸੱਤੇ ਤੇ ਬਲਵੰਡ ਨੂੰ ਮੁਆਫੀ ਲਈ ਸਾਡੇ ਕੋਲ ਅਪਰੋਚ ਕਰੇਗਾ, ਜਿਹੜਾ ਉਹਨਾਂ ਦੀ ਗਵਾਹੀ ਭਰੇਗਾ, ਜਿਹੜਾ ਉਹਨਾਂ ਨੂੰ ਲੈ ਕੇ ਆਊਗਾ, ਉਸ ਦੇ ਮੈਂ ਵਾਲ ਮੁੰਨਾਂਗਾ, ਮੈਂ ਕੇਸ ਕਟਵਾਵਾਂਗਾ। ਉਧਰ ਇਸਨੇ ਭਾਈ ਲੱਦੇ ਤੋਂ ਇਹ ਕਹਾ ਲਿਆ ਕਿ ਚਲੋ ਕੇਸਾਂ ਦੀ ਕਿਹੜੀ ਗੱਲ ਹੈ, ਕੱਟ ਲਓ ਫਿਰ ਆ ਜਾਣਗੇ। ਮਤਲਬ ਇਸ ਨੇ ਕੇਸਾਂ ਦੇ ਉੱਤੇ, ਸਿੱਖ ਦੇ ਵਾਲਾਂ ਦੇ ਉੱਤੇ, ਗੁਰੂ ਦੀ ਮੋਹਰ ਦੇ ਉੱਤੇ ਆਪਣਾ ਪੂਰਾ ਜ਼ੋਰ ਲਾ ਕੇ ਇਸ ਨੂੰ ਖਤਮ ਕਰਨ ਲਈ ਪੂਰੀ ਮਿਹਨਤ ਕੀਤੀ ਹੈ। ਅੱਗੇ ਸਿੱਖ ਜੇ ਸਮਝ ਜਾਣ ਤਾਂ ਚੰਗੀ ਗੱਲ ਹੈ, ਨਹੀਂ ਤਾਂ ਹਰ ਤੁਹਾਡੀ ਬਿਮਾਰੀ ਦੀ ਜੜ ਇਸ ਗ੍ਰੰਥ ਵਿੱਚ ਹੈ। ਜੇ ਇਸ ਗ੍ਰੰਥ ਨੂੰ ਸਿਰ 'ਤੇ ਚੁੱਕ ਕੇ ਰੱਖਣਾ, ਫਿਰ ਭਾਈ ਜਿੰਨਾ ਮਰਜ਼ੀ ਜੋ ਮਰਜ਼ੀ ਕਰੀ ਜਾਓ, ਸਿੱਖੀ ਦਾ, ਗੁਰੂ ਨਾਨਕ ਦੇ ਮਾਰਗ ਦਾ ਫੈਲਾਓ ਨਹੀਂ ਹੋਣਾ। ਅੱਜ ਦੀ ਵਿਚਾਰ ਇੱਥੇ ਹੀ ਆਪਾਂ ਸੰਕੋਚਦੇ ਹਾਂ, ਵਿਚਾਰ ਕਰਦੇ ਹਾਂ। ਹੋਈਆਂ ਭੁੱਲਾਂ ਗਲਤੀਆਂ ਦੀ ਦਾਸ ਖਿਮਾ ਚਾਹੁੰਦਾ ਹੈ। ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਕੋਈ ਗਲਤੀ ਨਾ ਹੋਵੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।